ਡੀਅਰ ਸਟੂਡੈਂਟਸ, ਗੁੱਡ ਮॉर्निंग टू ऑल ऑफ यू। ਆਪਾਂ ਬਿਨ ਸਟੱਡੀ ਦਾ 4th ਯੂਨਿਟ ਕਰ ਰਹੇ ਸੀ, ਚੈਪਟਰ ਯੋਜਨਾ। ਸੋ ਟੂਡੇਜ਼ ਟੋਪਿਕ ਇਜ਼, ਜੇ ਆਪਾਂ ਯੋਜਨਾ ਲਾਗੂ ਕਰਦੇ ਹਾਂ ਤਾਂ ਉਸ ਨਾਲ ਆਪਣੇ ਕੀ ਲਾਭ ਹਨ ਅਤੇ ਕੀ ਕਮੀਆਂ ਜਾਂ ਕੀ ਹਾਨੀਆਂ ਇਹਦੀਆਂ ਹੁੰਦੀਆਂ ਨੇ। ਕੁਇਕ ਰਿਵੀਜ਼ਨ ਕਰਦੇ ਹਾਂ ਯੋਜਨਾ ਅਤੇ ਇਸ ਦੀ ਪ੍ਰਕਿਰਤੀ ਬਾਰੇ। ਜਿਹੜਾ ਕੁਛ ਆਪਾਂ ਪੜ੍ਹਿਆ ਸੀ, ਯੋਜਨਾ ਤੋਂ ਕੀ ਭਾਵ ਹੈ? ਭਵਿੱਖ ਵਿੱਚ ਜੇ ਆਪਾਂ ਕੋਈ ਵੀ ਕੰਮ ਕਰਨ ਜਾ ਰਹੇ ਹਾਂ ਤਾਂ ਉਸ ਬਾਰੇ ਪਹਿਲਾਂ ਸੋਚਣਾ, ਉਸ ਨੂੰ ਕੀ ਕਹਾਂਗੇ ਆਪਾਂ? ਯੋਜਨਾ। ਅਤੇ ਇਸ ਦੀ ਪ੍ਰਕਿਰਤੀ ਕੀ ਸੀ? ਇਸ ਦੀ ਪ੍ਰਕਿਰਤੀ ਵਿੱਚ ਹੈ ਵੀ ਇਹ ਇੱਕ ਦਿਮਾਗੀ ਕਸਰਤ ਹੈ, ਇਹ ਉਦੇਸ਼ ਪੱਖੀ ਹੁੰਦੀ ਹੈ, ਇਸ ਦਾ ਮੁੱਢਲਾ ਇਹ ਯੋਜਨਾ ਪ੍ਰਬੰਧ ਦਾ ਮੁੱਢਲਾ ਕੰਮ ਹੈ, ਇਹ ਵਿਆਪਕ ਕਿਰਿਆ ਹੈ। ਯੋਜਨਾ ਲਚਕਦਾਰ ਵੀ ਹੁੰਦੀ ਹੈ, ਯੋਜਨਾ ਲਗਾਤਾਰ ਹੁੰਦੀ ਹੈ। ਭਵਿੱਖ ਵੱਲ ਵੇਖਣਾ ਨੂੰ ਯੋਜਨਾ ਕਿਹਾ ਜਾਂਦਾ ਹੈ। ਯੋਜਨਾ ਸੰਬੰਧ ਚੋਣ ਨਾਲ ਹੁੰਦਾ ਹੈ। ਯੋਜਨਾ ਸੰਖੇਪ ਹੋਣੀ ਚਾਹੀਦੀ ਹੈ ਅਤੇ ਇਹ ਕਾਰਜਕੁਸ਼ਲਤਾ ਵੱਲ ਲੈ ਕੇ ਜਾਂਦੀ ਹੈ। ਸੋ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ, ਯੋਜਨਾ ਦੇ ਲਾਭ ਅਤੇ ਕਮੀਆਂ ਜਾਂ ਹਾਨੀਆਂ। ਯੋਜਨਾ ਦੇ ਲਾਭ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ। ਜੇ ਆਪਾਂ ਯੋਜਨਾ ਕਰਦੇ ਹਾਂ ਤਾਂ ਆਪਣੇ ਕੀ ਲਾਭ ਹੋਣਗੇ? ਪਹਿਲੇ ਨੰਬਰ 'ਤੇ ਉਦੇਸ਼ਾਂ ਨੂੰ ਸਪਸ਼ਟਤਾ ਦੇ ਨਿਸ਼ਚਿਤ ਬਣਾਉਣਾ। ਸਪਸ਼ਟਤਾ ਮਤਲਬ ਕਲੀਅਰ ਕਰਨਾ, ਉਦੇਸ਼ਾਂ ਨੂੰ ਸਪਸ਼ਟ ਕਰਦੀ ਹੈ ਜਿਹੜੀ ਯੋਜਨਾ ਅਤੇ ਨਿਸ਼ਚਿਤ ਕਰਦੀ ਹੈ, ਮਤਲਬ ਨਿਸ਼ਚਿਤ ਕਰਨ ਵਿੱਚ ਮਦਦ ਕਰਦੀ ਹੈ। ਉਹ ਕਿਵੇਂ? ਯੋਜਨਾ ਸੰਸਥਾ ਦੇ ਉਦੇਸ਼ ਸਪਸ਼ਟ ਅਤੇ ਪਰਿਭਾਸ਼ਿਤ ਕਰਦੀ ਹੈ, ਮਤਲਬ ਸਾਰੇ ਕਰਮਚਾਰੀਆਂ ਨੂੰ ਕਲੀਅਰ ਕਰਦੀ ਹੈ ਅਤੇ ਕਰਮਚਾਰੀਆਂ ਨੂੰ ਨਿਸ਼ਾਨਿਆਂ ਦੀ ਜਾਣਕਾਰੀ ਦਿੰਦੀ ਹੈ। ਅਤੇ ਇਸ ਤੋਂ ਉਹਨਾਂ ਨੂੰ ਕੀ ਪਤਾ ਲੱਗਦਾ ਹੈ ਵੀ ਪ੍ਰਬੰਧਕ ਉਹਨਾਂ ਤੋਂ ਕੀ ਆਸ ਕਰ ਰਹੇ ਨੇ, ਮਤਲਬ ਕਿਹੋ ਜਿਹਾ ਕੰਮ ਉਹਨਾਂ ਤੋਂ ਡਿਮਾਂਡ ਕਰ ਰਹੇ ਨੇ। ਨੰਬਰ 2 'ਤੇ ਇਹਦੀ ਆਪਾਂ ਨੂੰ ਕੀ ਇੰਪੋਰਟੈਂਸ ਆ? ਜੇ ਆਪਾਂ ਲਾਗੂ ਕਰਦੇ ਹਾਂ, ਅਨਿਸ਼ਚਿਤਤਾ ਅਤੇ ਮਨਮਰਜ਼ੀ ਨੂੰ ਘਟਾ ਸਕਦੇ ਹਾਂ। ਅਨਿਸ਼ਚਿਤਤਾ, ਨਿਸ਼ਚਿਤ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਨੂੰ ਪਤਾ ਵਾ ਵੀ ਇਹ ਫਿਊਚਰ ਵਿੱਚ ਹੋ ਸਕਦੀ ਹੈ। ਅਨਿਸ਼ਚਿਤ ਮਤਲਬ ਜਿਹੜੀ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਵੀ ਇਹ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਅਤੇ ਮਨਮਰਜ਼ੀ ਨੂੰ ਆਪਾਂ ਕਿੱਦਾਂ ਘਟਾ ਸਕਦੇ ਹਾਂ? ਯੋਜਨਾ ਭਵਿੱਖ ਦੀਆਂ ਘਟਨਾਵਾਂ ਦਾ ਅੰਦਾਜ਼ਾ ਹੈ। ਇਹ ਆਪਾਂ ਨੂੰ ਪਤਾ ਵਾ ਵੀ ਯੋਜਨਾ ਕੀ ਹੁੰਦੀ ਹੈ, ਭਵਿੱਖ ਵਿੱਚ ਜਿਹੜਾ ਆਪਾਂ ਕੰਮ ਕਰਨਾ ਉਹਦਾ ਅੰਦਾਜ਼ਾ ਵਾ। ਅਤੇ ਫੈਸਲੇ ਆਪਾਂ ਇਹਦੇ ਵਿੱਚ ਕਿਵੇਂ ਲੈਣੇ? ਦੂਰ ਅੰਦੇਸ਼ੀ ਦੁਆਰਾ ਲਏ ਜਾਂਦੇ ਆ ਇਹਦੇ ਵਿੱਚ ਫੈਸਲੇ। ਅਤੇ ਸਿੱਟੇ ਵਜੋਂ ਆਪਣੀ ਨਿਸ਼ਚਿਤਤਾ ਅਤੇ ਮਨਮਰਜ਼ੀ ਦੇ ਫੈਸਲੇ ਉਹ ਆਪਾਂ ਘੱਟ ਕਰ ਸਕਦੇ ਹਾਂ। ਨੰਬਰ 3 'ਤੇ ਆਧੁਨਿਕ ਕਾਰੋਬਾਰ ਲਈ ਜ਼ਰੂਰੀ ਹੈ। ਆਧੁਨਿਕ ਕਾਰੋਬਾਰ ਲਈ ਜ਼ਰੂਰੀ ਕਿਉਂ ਹੈ? ਕਿਉਂਕਿ ਕਾਰੋਬਾਰ ਅੱਜ ਕੱਲ੍ਹ ਗੁੰਝਲਦਾਰ ਹੋ ਰਿਹਾ ਹੈ ਅਤੇ ਮੁਕਾਬਲਾ ਕਾਫੀ ਜ਼ਿਆਦਾ ਵੱਧ ਰਿਹਾ ਹੈ। ਕਿਉਂਕਿ ਤਕਨੀਕਾਂ ਦੇ ਉਤਪਾਦਨ ਦੇ ਡਿਜ਼ਾਈਨਾਂ ਵਿੱਚ ਦਿਨੋਂ ਦਿਨ ਤਬਦੀਲੀਆਂ ਆ ਰਹੀਆਂ ਨੇ। ਉਦਾਹਰਨ ਦੇ ਤੌਰ 'ਤੇ ਜਿਵੇਂ ਬਹੁਤ ਕੌਮੀ ਕੰਪਨੀਆਂ ਜਿਹੜਾ ਗਠਨ ਭਾਰਤ ਵਿੱਚ ਹੋ ਰਿਹਾ ਸੰਸਾਰੀਕਰਨ ਕਰਕੇ, ਜਿਹਦੇ ਕਰਕੇ ਕੀ ਘਰੇਲੂ ਜਿਹੜੇ ਉਦਯੋਗ ਉਹਨਾਂ ਨੂੰ ਮੁਕਾਬਲਾ ਉਹਨਾਂ ਦਾ ਕਰਨਾ ਪੈ ਰਿਹਾ ਵਾ। ਅਤੇ ਮੁਕਾਬਲਾ ਸਿਰਫ ਉਹੀ ਮੁਕਾਬਲੇ ਵਿੱਚ ਬੰਦਾ ਰਹਿ ਸਕਦਾ ਹੈ ਜਾਂ ਕੰਪਨੀ ਰਹਿ ਸਕਦੀ ਹੈ ਜਿਹੜੀ ਕਿ ਆਪਣੇ ਆਪ ਨੂੰ ਬਹੁਤ ਕੰਪਨੀਆਂ ਦੇ ਮੁਕਾਬਲੇ ਵਧੀਆ ਤਰੀਕੇ ਨਾਲ ਬਣਾਵੇਗੀ ਅਤੇ ਉਹਨਾਂ ਦੇ ਵਿੱਚ ਮੁਕਾਬਲੇ ਵਿੱਚ ਉਤਰੇਗੀ। ਨੰਬਰ 4 'ਤੇ ਆਰਥਿਕਤਾ ਅਤੇ ਕਾਰਜਕੁਸ਼ਲਤਾ ਇਹ ਪੈਦਾ ਕਰਦੀ ਹੈ ਜੀ। ਜੋ ਆਪਾਂ ਯੋਜਨਾ ਬਣਾਉਂਦੇ ਹਾਂ ਅਤੇ ਆਰਥਿਕਤਾ ਮਤਲਬ ਆਰਥਿਕ ਸਿਸਟਮ ਨੂੰ ਕੰਟਰੋਲ ਕਰਦੀ ਹੈ, ਮਜ਼ਬੂਤ ਬਣਾਉਂਦੀ ਹੈ, ਜਿਵੇਂ ਬੱਚਤ ਨੂੰ ਬੜਾਵਾ ਦਿੰਦੀ ਹੈ ਅਤੇ ਕਾਰਜਕੁਸ਼ਲਤਾ ਪੈਦਾ ਕਰਦੀ ਹੈ। ਯੋਜਨਾ ਸਹੀ ਪ੍ਰੋਗਰਾਮ ਉਲੀਕਣ 'ਚ ਮਦਦ ਕਰਦੀ ਹੈ। ਸਹੀ ਪ੍ਰੋਗਰਾਮ ਮਤਲਬ ਜਿਹੜੇ ਆਪਾਂ ਪ੍ਰੋਗਰਾਮ ਬਣਾ ਰਹੇ ਹਾਂ, ਯੋਜਨਾ ਰਾਹੀਂ ਉਤਪਾਦਨ ਦੇ ਪ੍ਰੋਗਰਾਮ ਬਣਾ ਰਹੇ ਹਾਂ ਅਤੇ ਕਰਮਚਾਰੀਆਂ ਨੂੰ ਸਪਸ਼ਟ ਕਰਦੀ ਹੈ ਵੀ ਉਹਨਾਂ ਨੇ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਸਿੱਟੇ ਵਜੋਂ ਕੀ ਹੋਊਗੀ? ਬੱਚਤ ਹੋਊਗੀ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਊਗਾ, ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਣਾ ਉਤਪਾਦਨ ਵਿੱਚ ਵਾਧਾ ਹੋਵੇਗਾ। ਨੰਬਰ 5 'ਤੇ ਗਤੀਵਿਧੀਆਂ ਨੂੰ ਉਪਯੋਗੀ ਬਣਾਉਣਾ। ਗਤੀਵਿਧੀਆਂ ਮਤਲਬ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਕਰਮਚਾਰੀਆਂ ਦੁਆਰਾ, ਉਹਨਾਂ ਦੀ ਇੱਕ ਇੱਕ ਗਤੀਵਿਧੀ ਵਿੱਚ ਕੀ ਹੋਵੇਗਾ? ਉਹ ਉਪਯੋਗੀ ਬਣਾਵੇਗੀ ਯੋਜਨਾ। ਯੋਜਨਾ ਉਪਯੋਗੀ ਕਿਵੇਂ ਬਣਾਵੇਗੀ? ਕਿਉਂਕਿ ਯੋਜਨਾ ਨਿਸ਼ਚਿਤ ਨਿਸ਼ਾਨਿਆਂ ਦੀ ਪੂਰਤੀ ਲਈ ਸਾਰੀ ਕਿਰਿਆਵਾਂ ਨਿਸ਼ਚਿਤ ਨਿਸ਼ਾਨਿਆਂ ਵੱਲ ਕੇਂਦਰਿਤ ਕਰ ਦਿੰਦੀ ਹੈ ਅਤੇ ਕਾਮਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਕਿਰਿਆਵਾਂ ਦੇ ਸੰਸਥਾ ਦੇ ਉਦੇਸ਼ਾਂ ਵਿੱਚ ਸਿੱਧਾ ਸੰਬੰਧ। ਜਦੋਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵਾ ਵੀ ਜਿਹੜੀਆਂ ਅਸੀਂ ਉਹ ਕਿਰਿਆਵਾਂ ਕਰ ਰਹੇ ਨੇ ਅਤੇ ਸੰਸਥਾ ਦੇ ਜਿਹੜੇ ਕੰਮ ਆ ਉਹਨਾਂ ਦਾ ਜਿਹੜਾ ਉਦੇਸ਼ ਇੱਕ ਹੀ ਆ ਵੀ ਆਪਾਂ ਮੋਟਿਵ ਜਿਹੜਾ ਆਪਣਾ ਜਾਂ ਪ੍ਰੋਫਿਟ ਮੋਟਿਵ ਸਮਾਜ ਸੇਵਾ ਉਹ ਪੂਰਾ ਕਰਨਾ ਹੈ, ਤਾਂ ਉਹਨਾਂ ਨੂੰ ਇਸ ਤਰ੍ਹਾਂ ਹੱਲਾਸ਼ੇਰੀ ਮਿਲਦੀ ਹੈ। ਉਦਾਹਰਨ 'ਤੇ ਜੇਕਰ ਵੀ ਆਪਾਂ ਕਰਮਚਾਰੀਆਂ ਦੇ ਵੇਤਨ ਸਿਸਟਮ ਮਤਲਬ ਡਿਫਰੈਂਸ਼ੀਅਲ ਵੇਜ ਸਿਸਟਮ ਰਾਹੀਂ ਦੇ ਰਹੇ ਹਾਂ ਵੀ ਜਿਹੜਾ ਮਤਲਬ ਘੱਟ ਸਮੇਂ ਵਿੱਚ ਕੰਮ ਕਰਦਾ ਵਾ, ਸਟੈਂਡਰਡ ਸਮੇਂ ਤੋਂ ਘੱਟ ਸਮੇਂ ਵਿੱਚ ਕੰਮ ਕਰਦਾ ਵਿਅਕਤੀ, ਅਤੇ ਉਸ ਨੂੰ ਵੱਧ ਤਨਖਾਹ ਮਿਲੇਗੀ ਅਤੇ ਉਸ ਤੋਂ ਇਲਾਵਾ ਇਹਦੇ ਘੱਟ ਮਿਲੇਗੀ। ਅਤੇ ਇਹਦੇ ਨਾਲ ਜ਼ਿੰਮੇਵਾਰੀ ਬਣਦੀ ਹੈ ਕਰਮਚਾਰੀਆਂ ਵਿੱਚ ਵੀ ਅਸੀਂ ਵੀ ਵੱਧ ਤੋਂ ਵੱਧ ਉਦਯੋਗ ਵਿੱਚ ਹਿੱਸਾ ਪਾਈਏ ਅਤੇ ਅਸੀਂ ਵੀ ਵੱਧ ਤੋਂ ਵੱਧ ਫੈਸਲਾ ਜਾਂ ਵੇਤਨ ਨੂੰ ਅਰਨ ਕਰੀਏ। ਨੰਬਰ 6 'ਤੇ ਇਹਦਾ ਆਪਾਂ ਨੂੰ ਕੀ ਫਾਇਦਾ ਹੋਵੇਗਾ? ਇਹ ਫੈਸਲਾ ਕਰਨ ਵਿੱਚ ਵੀ ਸਹੂਲਤ ਹੁੰਦੀ ਹੈ। ਉਪਲਬਧ ਰਸਤਿਆਂ ਵਿੱਚ ਸਹੀ ਰਸਤਾ ਚੁਣਨਾ, ਆਪਾਂ ਕੀ ਕਹਿ ਸਕਦੇ ਹਾਂ ਉਸ ਨੂੰ ਫੈਸਲਾ ਕਰਨਾ। ਅਤੇ ਯੋਜਨਾ ਭਵਿੱਖਬਾਣੀ ਨੂੰ ਕੇਂਦਰਿਤ ਕਰਕੇ ਕੀਤੀ ਜਾਂਦੀ ਹੈ ਵੀ ਭਵਿੱਖਬਾਣੀ ਕਰਕੇ ਆਪਾਂ ਕੇਂਦਰਿਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜਮਾਂ ਜੇ ਪੈਰ 'ਤੇ ਆਪਾਂ ਫੈਸਲਾ ਲੈਣਾ ਵਾ ਤਾਂ ਆਪਾਂ ਨੂੰ ਫੈਸਲਾ ਲੈਣਾ ਸੌਖਾ ਹੋ ਜਾਵੇਗਾ, ਕਿਉਂਕਿ ਜੇ ਆਪਣੀ ਯੋਜਨਾ ਪਹਿਲਾਂ ਤੋਂ ਕੀਤੀ ਹੋਵੇਗੀ ਤਾਂ ਆਪਾਂ ਨੂੰ ਪਤਾ ਹੋਵੇਗਾ ਵੀ ਆਪਣੀ ਯੋਜਨਾ ਦੇ ਵਿੱਚ ਜੇ ਇਹਦੇ ਹੱਕ ਵਿੱਚ ਫੈਸਲਾ ਆਏ ਤਾਂ ਆਪਾਂ ਯੋਜਨਾ ਦੇ ਹੱਕ ਵਿੱਚ ਫੈਸਲਾ ਲਵਾਂਗੇ।
ਨੰਬਰ 7 ਤੇ ਤਾਲਮੇਲ ਕਰਨ ਵਿੱਚ ਵੀ ਮਦਦ ਕਰਦੀ ਹੈ। ਤਾਲਮੇਲ ਕਿਹਨਾਂ ਵਿੱਚ? ਵੱਖ-ਵੱਖ ਗਤੀਵਿਧੀਆਂ ਕਿਹਨਾਂ ਦੁਆਰਾ ਕੀਤੀਆਂ, ਜਿਹੜੀਆਂ ਵੱਖ-ਵੱਖ ਵਿਭਾਗਾਂ ਦੁਆਰਾ ਕੀਤੀਆਂ ਜਾਂਦੀਆਂ ਉਹਨਾਂ ਅਨੁਸਾਰ ਤਾਲਮੇਲ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਵੀ ਜਿਹੜੇ ਵੱਖਰੇ ਵਿਭਾਗ ਆਪਣੇ ਔਰਗਨਾਈਜੇਸ਼ਨ ਵਿੱਚ ਉਹ ਤਕਰਾਰ ਦੇ ਮੌਕੇ ਉਹਨਾਂ ਦੇ ਵਿੱਚ ਨਹੀਂ ਰਹਿੰਦੇ ਅਤੇ ਉਹ ਕੰਮ ਸ਼ਾਂਤੀ ਨਾਲ ਨਿਬੜਦਾ ਰਹਿੰਦਾ ਹੈ। ਨੰਬਰ 8 ਤੇ ਯੋਜਨਾ ਕੰਟਰੋਲ ਦਾ ਆਧਾਰ ਵੀ ਬਣਦੀ ਹੈ। ਯੋਜਨਾ ਅਤੇ ਕੰਟਰੋਲ ਇੱਕ ਸਿੱਕੇ ਦੇ ਦੋ ਪਹਿਲੂ ਨੇ। ਜੇ ਯੋਜਨਾ ਹੈ ਤਾਂ ਹੀ ਕੰਟਰੋਲ ਹੈ। ਯੋਜਨਾ ਕੀ ਕਰਦੀ ਹੈ? ਪਰਿਮਾਪ ਨਿਸ਼ਚਿਤ ਕਰਦੀ, ਮਤਲਬ ਸਟੈਂਡਰਡ ਨਿਸ਼ਚਿਤ ਕਰਦੀ ਹੈ ਵੀ ਕਿਸੇ ਵੀ ਚੀਜ਼ ਦਾ ਸਟੈਂਡਰਡ ਇਹ ਹੋਣਾ ਚਾਹੀਦਾ ਵਾ, ਇੰਨੀ ਕੁਆਲਿਟੀ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ। ਅਤੇ ਜਿਹੜਾ ਕਿ ਕੰਟਰੋਲ ਦਾ ਆਧਾਰ ਬਣਦਾ ਹੈ, ਕੰਟਰੋਲ ਉਹਦੇ ਨਾਲ ਕਿਵੇਂ ਕੀਤਾ ਜਾ ਸਕਦਾ ਵੀ ਪਹਿਲਾਂ ਆਪਾਂ ਪਰਿਮਾਪ ਨਿਸ਼ਚਿਤ ਕੀਤੇ ਜਾਂਦੇ, ਪਰਿਮਾਪਾਂ ਦੇ ਅਨੁਸਾਰ ਜੇ ਕੰਮ ਹੈ ਤਾਂ ਆਪਾਂ ਕੀ ਕਰਾਂਗੇ ਵੀ ਆਪਾਂ ਵਧੀਆ ਆਪਾਂ ਐਪਰੀਸ਼ੀਏਟ ਕਰਾਂਗੇ, ਜੇ ਆਪਣਾ ਕੰਮ ਨਹੀਂ ਹੈ ਤਾਂ ਆਪਾਂ ਸੁਧਾਰ ਲਈ ਕਦਮ ਚੱਕਾਂਗੇ। ਇਸ ਤਰ੍ਹਾਂ ਯੋਜਨਾ ਤਾਂ ਹੀ ਹੈ ਜੇ ਕੰਟਰੋਲ ਆਪਾਂ ਤਾਂ ਹੀ ਕਰ ਸਕਦੇ ਹਾਂ ਜੇ ਆਪਾਂ ਜੇ ਆਪਣੇ ਕੋਲ ਯੋਜਨਾ ਹੈ। ਅਤੇ 9 ਨੰਬਰ 'ਤੇ ਸਿਰਜਣਾ ਦੀ ਕਾਢ ਵਿੱਚ ਸਹੂਲਤ ਕਰਦੀ ਹੈ। ਸਿਰਜਣਾ ਮਤਲਬ ਨਵੇਂ ਤਰੀਕੇ ਨਾਲ ਸੋਚਣਾ, ਕਿਉਂਕਿ ਯੋਜਨਾ ਕੀ ਹੈ? ਪ੍ਰਬੰਧਕਾਂ ਵਿਚਕਾਰ ਸਿਰਜਣਾਤਮਕ ਵਿਚਾਰ ਪੈਦਾ ਕਰਦੀ ਹੈ, ਜਿਵੇਂ ਕਿ ਉਹਨਾਂ ਨੇ ਨਵੀਆਂ ਤਬਦੀਲੀਆਂ ਵਿੱਚ ਨਵਾਂ ਅੰਦਾਜ਼ਾ ਉਹਨਾਂ ਨੂੰ ਮਿਲਦਾ ਹੈ, ਨਵੇਂ ਹੱਲ ਸੋਚਦੇ ਰਹਿੰਦੇ ਆ, ਢੰਗ ਸੋਚਦੇ ਰਹਿੰਦੇ ਆ। ਇਸ ਤਰ੍ਹਾਂ ਉਹ ਸਿਰਜਣਾਤਮਕ ਕਾਢ ਦੀ ਸਹੂਲਤ ਕਰਦੀ ਹੈ। ਨੰਬਰ 10 'ਤੇ ਕੰਮ ਕਰਨ ਦੀ ਲਾਗਤ ਵਿੱਚ ਵੀ ਕਮੀ ਆਉਂਦੀ ਹੈ, ਕਿਉਂਕਿ ਜਦੋਂ ਯੋਜਨਾ ਕੰਮ ਨੂੰ ਸਪਸ਼ਟ ਕਰ ਦਿੰਦੀ ਹੈ, ਵਿਸਥਾਰਿਤ ਕਰ ਦਿੰਦੀ ਹੈ ਕਾਮਿਆਂ ਨੂੰ, ਉਹਨਾਂ ਨੇ ਕੀ ਕਰਨਾ ਅਤੇ ਕਿਵੇਂ ਕਰਨਾ। ਸਿੱਟੇ ਵਜੋਂ ਉਹਨਾਂ ਨੇ ਵਾਰ-ਵਾਰ ਆਦੇਸ਼ ਲੈਣੇ ਬੰਦ ਕਰ ਦੇਣੇ, ਕਿਉਂਕਿ ਉਹਨਾਂ ਨੂੰ ਜੇ ਕਲੀਅਰ ਹੈ ਤਾਂ ਉਹ ਸਾਧਨਾਂ ਵਿੱਚ ਬੱਚਤ ਕਾਫੀ ਜ਼ਿਆਦਾ ਹੋਵੇਗੀ। ਅਤੇ ਯੋਜਨਾ ਦੀਆਂ ਸੀਮਾਵਾਂ ਜਾਂ ਕਮੀਆਂ ਬਾਰੇ ਆਪਾਂ ਪੜ੍ਹਦੇ ਹਾਂ। ਪਹਿਲਾਂ ਕੀ ਹੈ? ਵਿਸ਼ਵਾਸਯੋਗ ਯੋਜਨਾ ਦੀ ਘਾਟ। ਜਿਹੜੀ ਯੋਜਨਾਵਾਂ ਉਪਲਬਧ ਸੂਚਨਾ 'ਤੇ ਆਧਾਰਿਤ ਹੁੰਦੀ ਹੈ, ਅਤੇ ਜੇ ਸੂਚਨਾ ਹੀ ਆਪਣੇ ਕੋਲ ਸਹੀ ਨਹੀਂ ਆ ਤਾਂ ਯੋਜਨਾ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਹਾਂ ਵੀ ਉਹ ਸਹੀ ਹੋ ਸਕਦੀ ਹੈ। ਇਸ ਦੇ ਉਲਟ ਉਹ ਹਾਨੀਕਾਰਕ ਕਿਵੇਂ ਸਾਬਤ ਹੋ ਸਕਦੀ ਹੈ, ਕਿਉਂਕਿ ਕੋਈ ਵੀ ਪ੍ਰਬੰਧ ਸਹੀ ਭਵਿੱਖਬਾਣੀ ਨਹੀਂ ਕਰ ਸਕਦਾ। ਅਤੇ ਯੋਜਨਾ ਅੰਦਾਜ਼ਿਆਂ ਦੇ ਆਧਾਰ 'ਤੇ ਹੁੰਦੀ ਹੈ, ਸਿੱਟੇ ਵਜੋਂ ਯੋਜਨਾ ਉਪਯੋਗੀ ਨਹੀਂ ਹੈ। ਨੰਬਰ 2 'ਤੇ ਲਚਕਤਾ ਦੀ ਘਾਟ। ਲਚਕਤਾ ਦੀ ਘਾਟ ਕਿਵੇਂ ਮਹਿਸੂਸ ਕੀਤੀ ਗਈ ਹੈ? ਵੀ ਯੋਜਨਾ ਜਾਂ ਸੰਬੰਧ ਨਿਸ਼ਚਿਤ ਢਾਂਚੇ ਨਾਲ ਹੁੰਦਾ ਹੈ। ਨਿਸ਼ਚਿਤ ਢਾਂਚੇ ਜਿਹੜਾ ਆਪਣੇ ਔਰਗਨਾਈਜੇਸ਼ਨ ਦਾ ਜਿਹੜਾ ਸੰਗਠਨ ਦਾ ਆਪਾਂ ਉਹਦੇ ਅਨੁਸਾਰ ਯੋਜਨਾ ਬਣਾਉਣੀ, ਜਿਹੜੇ ਨਿਯਮ ਆ, ਨੀਤੀਆਂ ਵਾ ਜਾਂ ਪ੍ਰੋਗਰਾਮ ਆ ਉਹਨਾਂ ਦੀ ਪਾਲਣਾ ਕਰਕੇ ਆਪਾਂ ਯੋਜਨਾ ਬਣਾਉਣੀ ਹੈ। ਵੀ ਕੋਈ ਵੀ ਤਬਦੀਲੀ ਨਹੀਂ ਕਰ ਸਕਦੇ ਹਾਂ ਆਪਾਂ, ਵੀ ਜੇ ਇੱਕਦਮ ਆਪਣੀ ਯੋਜਨਾ ਚੇਂਜ ਕਰਨੀ ਪਵੇ ਤਾਂ ਆਪਾਂ ਇੰਨੀਆਂ ਤਬਦੀਲੀਆਂ ਨਹੀਂ ਕਰ ਸਕਦੇ ਅਤੇ ਕਾਰਜਕੁਸ਼ਲਤਾ ਵਧਣ ਦੀ ਥਾਂ 'ਤੇ ਘਟੇਗੀ। ਅਤੇ ਤਬਦੀਲੀ ਤੋਂ ਗੁਰੇਜ਼ ਕਈ ਪ੍ਰਬੰਧਕ ਕਰਦੇ ਆ, ਕਿਉਂਕਿ ਉਹ ਆਪਣੇ ਆਪ 'ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਵੀ ਜੇ ਆਪਣੀ ਯੋਜਨਾ ਕਈ ਵਾਰ ਫੇਲ ਵੀ ਹੋ ਜਾਵੇ ਤਾਂ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਠਾਉਣਾ ਚਾਹੁੰਦੇ ਵੀ ਅਸੀਂ ਜ਼ਿੰਮੇਵਾਰ ਉਹਦੇ ਬਣੀਏ। ਨੰਬਰ 3 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਵੀ ਆਪਾਂ ਇਹਦੇ ਵਿੱਚ ਬਹੁਤ ਸਾਰੀ ਸੂਚਨਾ ਇਕੱਠੀ ਕਰਨੀ, ਉਹਦਾ ਵਿਸ਼ਲੇਸ਼ਣ ਕਰਨਾ ਵਾ ਅਤੇ ਫੈਸਲਿਆਂ ਤੋਂ ਬਾਅਦ ਯੋਜਨਾ ਬਣਾਉਣੀ ਹੈ। ਇਸ ਲਈ ਬਹੁਤ ਸਮਾਂ ਲੱਗੇਗਾ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਯੋਜਨਾ ਬਣਾਉਣਾ ਬੇਕਾਰ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਜੇ ਅੱਗ ਲੱਗਦੀ ਸਥਿਤੀ ਵਿੱਚ ਆਪਾਂ ਉਸ ਨੂੰ ਅੱਗ ਨੂੰ ਬੁਝਾਉਣ ਨੂੰ ਪਹਿਲ ਦੇਵਾਂਗੇ, ਨਾ ਕਿ ਯੋਜਨਾ ਬਣਾਉਣ ਨੂੰ। ਨੰਬਰ 4 'ਤੇ ਦਾ ਕੀ ਆਪਾਂ ਨੂੰ ਨੁਕਸਾਨ ਆ ਜਾਂ ਹਾਨੀਆਂ ਕੀ ਇਹਦੀਆਂ? ਇਹ ਮਨੋਵਿਗਿਆਨਿਕ ਰੁਕਾਵਟਾਂ ਕਰਕੇ ਵੀ ਥੋੜ੍ਹੀਆਂ ਮਨੋਵਿਗਿਆਨਿਕ ਰੁਕਾਵਟਾਂ ਕਰਕੇ ਵੀ ਇਹ ਸਫਲ ਨਹੀਂ ਹੈ, ਕਿਉਂਕਿ ਲੋਕਾਂ ਦੀ ਸੋਚ ਭਵਿੱਖ ਦੀ ਬਜਾਏ ਵਰਤਮਾਨ ਦੀ ਯੋਜਨਾ 'ਤੇ ਜ਼ਿਆਦਾ ਫੋਕਸ ਕਰਦੀ ਹੈ, ਕਿਉਂਕਿ ਭਵਿੱਖ ਨਿਸ਼ਚਿਤ ਹੈ, ਭਵਿੱਖ ਵਿੱਚ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਣਾ ਵਾ, ਪਰ ਵਰਤਮਾਨ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਇਸ ਲਈ ਉਹ ਵਰਤਮਾਨ ਦੀ ਯੋਜਨਾ ਨੂੰ ਪਹਿਲ ਦਿੰਦੇ ਨੇ। ਨੰਬਰ 5 'ਤੇ ਖਰਚੀਲਾ ਵੀ ਇਹ ਪ੍ਰੋਸੈਸ। ਖਰਚ ਕਿਵੇਂ ਹੈ? ਜਿਵੇਂ ਸੂਚਨਾ ਇਕੱਠੀ ਕਰਨੀ ਹੈ, ਮਾਹਰਾਂ ਦੀ ਨਿਯੁਕਤੀ ਵੀ ਕਰਨੀ ਹੈ, ਕਈ ਵਾਰ ਯੋਜਨਾ ਦਾ ਖਰਚ ਇਸ ਦੇ ਲਾਭ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ, ਇਸ ਤਰ੍ਹਾਂ ਇਹ ਖਰਚੀਲਾ ਵੀ ਹੈ ਯੋਜਨਾ। ਨੰਬਰ 6 'ਤੇ ਲੋੜ ਤੋਂ ਵੱਧ ਯੋਜਨਾ ਵੀ ਕਈ ਵਾਰ ਹੋ ਜਾਂਦੀ ਹੈ, ਕਿਉਂਕਿ ਜਿਹੜੇ ਯੋਜਨਾ ਤਿਆਰ ਕਰਤਾ ਉਹ ਸੰਗਠਨ ਦੀਆਂ ਲੋੜਾਂ ਤੋਂ ਕਈ ਅੱਗੇ ਚਲੇ ਜਾਂਦੇ ਆ, ਕਈਆਂ ਤੋਂ ਉਹ ਅਜਿਹੀਆਂ ਰਿਪੋਰਟਾਂ ਤਿਆਰ ਕਰਦੇ ਆ ਵੀ ਅਸਲੀ ਅਮਲੀ ਰੂਪ ਵਿੱਚ ਉਹਨਾਂ ਦਾ ਕੋਈ ਮਹੱਤਵ ਨਹੀਂ ਹੁੰਦਾ, ਅਤੇ ਇਸ ਨਾਲ ਕੀ ਹੁੰਦਾ? ਸਮਾਂ, ਮਿਹਨਤ ਅਤੇ ਪੈਸਾ ਬੇਕਾਰ ਜਾਂਦਾ ਹੈ। ਨੰਬਰ 7 'ਤੇ ਇਹਦਾ ਕੀ ਹਾਨੀ ਹੈ ਜੀ? ਦਿਸ਼ਾਹੀਣ ਉਦੇਸ਼। ਦਿਸ਼ਾਹੀਣ ਉਦੇਸ਼ ਕਿਵੇਂ ਆ? ਵੀ ਕਿਸੇ ਵੀ ਡਾਇਰੈਕਸ਼ਨ ਵਿੱਚ ਨਹੀਂ ਉਦੇਸ਼। ਯੋਜਨਾ ਤਿਆਰ ਕਰਤਾਵਾਂ ਦੀ ਆਪਦੀ ਪਸੰਦ ਵੀ ਹੁੰਦੀ ਹੈ, ਨਾਪਸੰਦ ਵੀ ਹੁੰਦੀ ਹੈ, ਤਾਂ ਇਸ ਤਰ੍ਹਾਂ ਇਹ ਯੋਜਨਾ ਨੂੰ ਪ੍ਰਭਾਵਿਤ ਕਰਦੀ ਹੈ। ਉਹ ਆਪਣੇ ਹਿੱਤ ਬਾਰੇ ਸੋਚ ਕੇ ਯੋਜਨਾ ਬਣਾ ਸਕਦੇ, ਜਾਂ ਕਿਸੇ ਵਿਸ਼ੇਸ਼ ਹਿੱਤ ਬਾਰੇ ਸੋਚ ਕੇ ਵੀ ਯੋਜਨਾ ਬਣਾ ਸਕਦੇ, ਜਿਵੇਂ ਲੇਬਰ ਜਾਂ ਹੇਠਲੇ ਪੱਧਰ ਦੇ ਲੋਕਾਂ ਨੂੰ ਸੋਚ ਕੇ ਵੀ ਯੋਜਨਾ ਬਣਾ ਸਕਦੇ, ਜਾਂ ਉੱਚ ਪੱਧਰੀ ਵੱਲ ਜਿਹੜੇ ਲੋਕ ਆ ਉਹਨਾਂ ਵੱਲ ਧਿਆਨ ਰੱਖ ਕੇ ਵੀ ਬਣਾ ਸਕਦੇ ਆ। ਇਸ ਤਰ੍ਹਾਂ ਕੀ ਹੈ ਵੀ ਉਦੇਸ਼ਾਂ ਦੇ ਨਿਸ਼ਚਿਤ ਹੋਣ ਨੂੰ ਪ੍ਰਭਾਵਿਤ ਕਰ ਸਕਦੇ ਆ, ਅਤੇ ਉਦੇਸ਼ ਕੁਝ ਲੋਕਾਂ ਦੇ ਪੱਖ ਵਿੱਚ ਹਨ ਅਤੇ ਕੁਝ ਲੋਕਾਂ ਵਿੱਚ ਪੱਖ ਦੇ ਵਿੱਚ ਹਨ, ਅਤੇ ਯੋਜਨਾ ਕੀ ਇੱਕ ਦਿਸ਼ਾਹੀਣ ਹੈ, ਕਿਉਂਕਿ ਉਹ ਸਾਰਿਆਂ ਨੂੰ ਲਾਗੂ ਨਹੀਂ ਹੋ ਸਕਦੀ। ਨੰਬਰ 8 'ਤੇ ਕੀ ਆ? ਆਪਸੀ ਸੰਤੁਸ਼ਟੀ। ਜਿਹੜੇ ਪ੍ਰਬੰਧਕ ਆ ਉਹ ਕੀ ਸੋਚਦੇ ਆ ਵੀ ਉਹ ਸਾਰੇ ਜਿਹੜੇ ਫੈਸਲੇ ਲੈ ਰਹੇ ਉਹ ਸਹੀ ਆ, ਅਤੇ ਯੋਜਨਾ ਅਨੁਸਾਰ ਕੰਮ ਚਲਾ ਕੇ ਉਹ ਫਿਕਰਮੰਦ ਹੋ ਜਾਂਦੇ ਨੇ ਵੀ ਯੋਜਨਾ ਤੋਂ ਜਿਹੜਾ ਤਿਆਰ ਕਰਨ ਤੋਂ ਬਾਅਦ ਜਿਹੜੇ ਫੈਸਲੇ ਉਹ ਨਹੀਂ ਲੈਂਦੇ, ਅਤੇ ਇਸ ਨਾਲ ਕੀ ਹੁੰਦਾ ਹੈ? ਯੋਜਨਾ 'ਤੇ ਜੋ ਆਪਾਂ ਫੈਸਲੇ ਉਦੋਂ ਬਾਅਦ ਵੀ ਨਹੀਂ ਉਹਨੂੰ ਕੰਟੀਨਿਊ ਰੱਖਾਂਗੇ ਉਹ ਕੰਮ ਨੂੰ, ਤਾਂ ਕੀ ਹੈ? ਸਾਨੂੰ ਨੁਕਸਾਨ ਹੁੰਦਾ।
ਨੰਬਰ 9 'ਤੇ ਸੰਭਾਵਨਾ। ਯੋਜਨਾ ਕੀ ਹੈ? ਭਵਿੱਖ ਦਾ ਅੰਦਾਜ਼ਾ ਹੈ ਅਤੇ ਪ੍ਰਬੰਧਕ ਦੇ ਅੰਦਾਜ਼ੇ ਜ਼ਰੂਰੀ ਨਹੀਂ ਵੀ ਸਹੀ ਹੋਣ। ਅੰਦਾਜ਼ਿਆਂ ਆਧਾਰਿਤ ਯੋਜਨਾ ਸੰਸਥਾ ਦੇ ਉਦੇਸ਼ ਪੂਰੇ ਕਰ ਸਕੇਗੀ। ਸੰਭਾਵਨਾ ਘੱਟ ਹੈ। ਇਹ ਸੰਭਾਵਨਾ ਘੱਟ ਹੈ ਅਤੇ ਯੋਜਨਾ ਦੀ ਸਫਲਤਾ ਸੰਭਾਵਨਾ 'ਤੇ ਹੀ ਹੈ ਵੀ ਸੰਭਾਵਨਾ ਜੇ ਇਹ ਚੀਜ਼ ਹੋਈ ਤਾਂ ਹੀ ਯੋਜਨਾ ਸਫਲ ਹੈ, ਨਹੀਂ ਤਾਂ ਨਹੀਂ ਸਫਲ ਹੈ। ਨੰਬਰ 10 'ਤੇ ਬਾਹਰੀ ਤੱਤ ਵੀ ਇਸ ਨੂੰ ਪ੍ਰਭਾਵਿਤ ਕਰਦੀਆਂ, ਜਿਵੇਂ ਕਾਨੂੰਨੀ ਤੱਤ, ਲੀਗਲ ਐਕਟੀਵਿਟੀਜ਼, ਸਰਕਾਰੀ ਨੀਤੀਆਂ ਹੋਈਆਂ, ਸਰਕਾਰ ਦੀਆਂ ਨੀਤੀਆਂ ਤਕਨੀਕੀ ਤੌਰ 'ਤੇ ਇਸ ਨੂੰ ਪ੍ਰਭਾਵਿਤ ਕਰਦੀਆਂ। ਉਦਾਹਰਨ ਦੇ ਤੌਰ 'ਤੇ ਜੇ ਆਪਾਂ ਤਕਨੋਲੋਜੀ ਦੀ ਲਈਏ ਤਾਂ ਦਿਨੋਂ ਦਿਨ ਤਕਨੋਲੋਜੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਯੋਜਨਾ ਆਪਣੀ ਅਸਫਲ ਵੀ ਹੋ ਸਕਦੀ ਹੈ ਜੇ ਆਪਾਂ ਉਹ ਟੈਕਨੋਲੋਜੀ ਨਾਲ ਮੀਟ ਕਰਨ ਦੀ ਆਪਣੇ ਸੰਗਠਨ ਵਿੱਚ ਕੈਪੈਸਿਟੀ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਆਟੋਮੋਬਾਈਲ ਰਿਲੇਟਡ ਵੀ ਆਪਾਂ ਨੂੰ ਜਿਹੜੇ ਆਪਣੇ ਲੇਟੈਸਟ ਫੋਨ ਚੱਲ ਰਹੇ ਆ ਉਹਨਾਂ ਦੇ ਆਪਾਂ ਨੂੰ ਵਰਸ਼ਨਸ ਮਤਲਬ ਨਵੇਂ ਤੋਂ ਨਵੇਂ ਚਾਹੀਦੇ ਆ, ਪਰ ਜੇ ਆਪਣੇ ਕੋਲ ਤਕਨੋਲੋਜੀ ਹੈ ਤਾਂ ਹੀ ਆਪਾਂ ਅਪਡੇਟਡ ਰਹਿ ਸਕਦੇ ਹਾਂ। ਅਤੇ ਯੋਜਨਾ ਨੂੰ ਇਹ ਚੀਜ਼ਾਂ ਪ੍ਰਭਾਵਿਤ ਵੀ ਕਰਦੀਆਂ ਨੇ ਤਾਂ ਇਹ ਮਤਲਬ ਇੱਕ ਯੋਜਨਾ ਦੀ ਹਾਨੀ ਹੈ। ਆਈ ਹੋਪ ਵੀ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇ ਅਤੇ ਸਮਝ ਵੀ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ।